उर्दू पॉइंट की वीडियोस देखने के लिए हमारा चैनल सब्सक्राइब कीजिए और बेल के आइकन पर क्लिक कीजिए ताकि आप हमारी तमाम आने वाली वीडियो से बाखबर रह सकें। अस्सलाम वालेकुम नाज़रीन, उर्दू पॉइंट लंदन से मैं हूँ आपका होस्ट साजिद अजीज़। नाज़रीन, आज हम लंदन के एक मुकामी होटल में मौजूद हैं जहाँ जस्टिस फॉर सिख कम्युनिटी के ज़ेर एहतमाम एक प्रेस कॉन्फ्रेंस का इनेकाद किया गया है। जस्टिस फॉर सिख की जानब से यूनाइटेड नेशन में कश्मीर में जो भारत की जुल्म सितम नहाते कश्मीरियों पर जारी हैं उनके खिलाफ एक दरख्वास्त दायर की गई है, जिसमें हमारे साथ जो मौजूद हैं जस्टिस फॉर सिख के लीगल एडवाइज़र, उनसे इस बारे में कुछ बात करते हैं। जी, हमें जो आपने यूनाइटेड नेशन में दरख्वास्त दायर की है इसके बारे में कुछ बताइए हमें। थैंक यू वेरी मच जी। ਅਸੀਂ ਯੂਨਾਈਟਿਡ ਨੇਸ਼ਨਸ ਦੇ ਵਿੱਚ ਇੱਕ ਕੰਪਲੇਂਟ ਦਰਜ ਕਰਕੇ ਆਏ ਆ ਭਾਰਤ ਦੇ ਖਿਲਾਫ, ਨਰਿੰਦਰ ਮੋਦੀ ਦੇ ਖਿਲਾਫ ਔਰ ਅਮਿਤ ਸ਼ਾਹ ਦੇ ਖਿਲਾਫ, ਕਿਉਂਕਿ ਜਿਹੜੀ ਉਹਨਾਂ ਨੇ ਐਨੈਕਸੇਸ਼ਨ ਕੀਤੀ ਹੈ ਔਰ ਜਿਹੜਾ ਉਹਨਾਂ ਨੇ ਸੰਧੀ ਕਰਕੇ ਕਸ਼ਮੀਰ ਆਪਣੇ ਕਬਜ਼ੇ 'ਚ ਲਿਆ ਸੀ ਉਸ ਤੋਂ ਬਿਲਕੁਲ ਉਲਟ, ਔਰ ਜਿਹੜੀ ਯੂਨਾਈਟਿਡ ਨੇਸ਼ਨਸ ਦੀ ਰੈਜ਼ੋਲੂਸ਼ਨਸ ਹੈ 1948 ਤੋਂ 1957 ਤੱਕ ਦੀਆਂ ਕਿ ਕਸ਼ਮੀਰ ਦੇ ਲੋਕਾਂ ਦੀ ਖੁਦ ਮੁਖਤਿਆਰੀ ਦਾ ਹੱਕ ਹੈ, ਉਹਨਾਂ ਨੇ ਰੈਕੋਗਨਾਈਜ਼ ਕੀਤਾ ਹੋਇਆ ਸੀ। ਯੂਐਨ ਨੇ ਰੈਜ਼ੋਲੂਸ਼ਨ ਪਾਸ ਕੀਤੇ ਹੈ। ਅਸੀਂ ਯੂਐਨ ਤੋਂ ਮੰਗ ਕਰਦੇ ਹਾਂ ਕਿ ਉਹ ਇੱਕ ਪੀਸ ਕੀਪਿੰਗ ਫੋਰਸ ਜਿਹੜੀ ਹੈ ਉਹ ਕਸ਼ਮੀਰ 'ਚ ਭੇਜਣ ਤਾਂ ਕਿ ਕਸ਼ਮੀਰ ਦੇ ਵਿੱਚ ਸਾਡੇ ਸਿੱਖ ਭੈਣ ਭਰਾਵਾਂ ਦੀ ਜਿਹੜੀ ਐਕਸਟਰਾ ਜੁਡੀਸ਼ੀਅਲ ਕਿਲਿੰਗ ਹੈ ਜਾਂ ਉਹਨਾਂ ਦੇ ਉੱਤੇ ਟਾਰਚਰ ਹੋ ਰਿਹਾ ਜਾਂ ਉਹਨਾਂ ਦੀ ਨਸਲਕੁਸ਼ੀ ਹੋਣ ਦਾ ਡਰ ਹੈ ਉਹ ਰੋਕੀ ਜਾ ਸਕੇ। ਔਰ ਰੈਫਰੈਂਡਮ ਜਿਹੜਾ ਕਿ ਕਸ਼ਮੀਰ ਦੇ ਖੁਦ ਮੁਖਤਿਆਰੀ ਦਾ ਲੋਕਾਂ ਦਾ ਹੱਕ ਹੈ, ਬੀਇੰਗ ਇੰਡੀਜਨਸ ਉਥੋਂ ਦੇ ਜਿਹੜੇ ਮੂਲ ਨਿਵਾਸੀ ਹੈ, ਉਹਦੇ ਲਈ ਇਸ ਰੈਜ਼ੋਲੂਸ਼ਨ ਦੇ ਉੱਤੇ ਜ਼ੋਰ ਪਾਇਆ ਜਾਏ ਤਾਂ ਕਿ ਉੱਥੇ ਰੈਫਰੈਂਡਮ ਕਰਵਾਇਆ ਜਾਏ, ਪਲੈਬਿਸਾਈਡ ਕਰਵਾਇਆ ਜਾਏ। ਤੇ ਇਹ ਜਿਹੜਾ ਸਿੱਖ ਕਮਿਊਨਿਟੀ ਲੰਦਨ ਦੇ ਵਿੱਚ ਇhtਜਾਜ ਕਰ ਰਹੀ ਹੈ, ਇਹ ਸਿਰਫ ਲੰਦਨ ਵਿੱਚ ਹੈ ਜਾਂ ਪੂਰੀ ਦੁਨੀਆ ਦੇ ਜਿੱਥੇ ਓਵਰਸੀਜ਼ ਸਿੱਖ ਕਮਿਊਨਿਟੀ ਹੋਰ ਵੀ ਸ਼ਹਿਰਾਂ 'ਚ ਇhtਜਾਜ ਕਰ ਰਹੀ ਹੈ? ਜਿਹੜਾ 15 ਅਗਸਤ ਨੂੰ ਹੋ ਰਿਹਾ, ਆਮ ਤੌਰ ਤੇ ਲੋਕ ਇਸ ਨੂੰ ਬਲੈਕ ਡੇ ਕਹਿੰਦੇ ਆ। ਇਹ ਬਲੈਕ ਡੇ ਨਹੀਂ ਹੁੰਦਾ। ਤੁਸੀਂ ਕਿਸੇ ਦੇ ਕਾਲਾ ਝੰਡਾ ਲੈਣ ਦਾ ਕੋਈ ਜ਼ਰੂਰਤ ਨਹੀਂ ਹੈ। ਤੁਹਾਡਾ ਆਪ ਦਾ ਝੰਡਾ ਹੈ ਕਸ਼ਮੀਰ ਦਾ, ਤੁਹਾਡਾ ਆਪ ਦਾ ਝੰਡਾ ਹੈ ਸਾਡਾ ਪੰਜਾਬ ਦਾ। ਅਸੀਂ ਪੰਜਾਬ ਦੇ ਵਿੱਚ, ਕਸ਼ਮੀਰ ਦੇ ਵਿੱਚ ਔਰ ਜਿਹੜਾ ਦੁਨੀਆ ਭਰ ਦੇ ਵਿੱਚ ਜਿੱਥੇ ਜਿੱਥੇ ਮੁਲਕ 'ਚ ਪੰਜਾਬੀ, ਸਿੱਖ, ਕਸ਼ਮੀਰੀ ਵਸਦਾ ਹੈ, ਇੰਡੀਅਨ ਕਾਉਂਸਲੇਟ ਦੇ ਸਾਹਮਣੇ ਜਿੱਥੇ ਉਹ ਤਿਰੰਗਾ ਚੜਾਉਣਗੇ ਜਿਹੜਾ ਕਿ ਇੱਕ ਸਾਈਨ ਹੈ ਨਸਲਕੁਸ਼ੀ ਦਾ, ਚਾਹੇ ਉਹ ਕਸ਼ਮੀਰਾਂ ਦੀ ਹੈ, ਕਸ਼ਮੀਰ ਭਰਾਵਾਂ ਦੀ ਹੈ, ਚਾਹੇ ਸਿੱਖ ਭਰਾਵਾਂ ਦੀ ਹੈ, ਉੱਥੇ ਤੁਸੀਂ ਆਪਣਾ ਕਸ਼ਮੀਰ ਦਾ ਝੰਡਾ ਚੜਾਓ, ਉੱਥੇ ਤੁਸੀਂ ਆਪਣਾ ਖਾਲਿਸਤਾਨ ਦਾ ਚੜਾਓ। ਇਹ ਲੰਡਨ 'ਚ ਹੋ ਰਿਹਾ, ਫਰੈਂਕਫਰਟ 'ਚ ਹੋ ਰਿਹਾ, ਬੈਲਜੀਅਮ 'ਚ ਹੋ ਰਿਹਾ, ਰੋਮ 'ਚ, ਮਿਲਾਨ 'ਚ, ਨਿਊਯਾਰਕ, ਵਾਸ਼ਿੰਗਟਨ ਡੀਸੀ, ਸ਼ਿਕਾਗੋ, ਸੈਨ ਫਰਾਂਸਿਸਕੋ, ਟੋਰਾਂਟੋ, ਆਟਵਾ, ਵੈਂਕੂਵਰ, 20 ਦੇਸ਼ਾਂ ਦੇ ਵਿੱਚ ਜਿਹੜੇ ਇਹ ਝੰਡੇ ਚੜਾਏ ਜਾ ਰਹੇ ਆ ਜਿੱਥੇ ਭਾਰਤੀ ਹੁਕੂਮਤ ਆਪਣਾ ਝੰਡਾ ਚੜਾਏਗੀ। ਤੇ ਜਿਹੜੇ ਇੰਡੀਅਨ ਫੋਰਸ ਦੇ ਵਿੱਚ ਸਿੱਖ ਨੌਜਵਾਨ ਨੇ ਉਹਨਾਂ ਵਾਸਤੇ ਕੋਈ ਮੈਸੇਜ ਤੁਹਾਡੇ ਵੱਲੋਂ? ਮੈਂ ਪਹਿਲਾਂ ਵੀ ਸਿੱਖ ਭਰਾਵਾਂ ਨੂੰ, ਫੌਜੀ ਭਾਵੇਂ ਉਹ ਇਸ ਵਕਤ ਭਾਰਤ ਦੀ ਫੌਜ 'ਚ ਹੈ, ਪਰ ਜਿਹੜਾ ਧਰਮ ਹੁੰਦਾ ਹੈ ਉਹ ਸਭ ਤੋਂ ਪਹਿਲਾਂ ਤੁਹਾਡੇ ਹੱਕ 'ਚ ਹੋਣਾ ਚਾਹੀਦਾ ਹੈ, ਕਿਉਂਕਿ ਤੁਸੀਂ ਇੱਕ ਧਰਮ 'ਚ ਜੰਮੇ ਹੋ। ਉਹ ਧਰਮ ਦੇ ਨਾਲ ਤੁਹਾਡੀ ਵਫਾਦਾਰੀ ਪਹਿਲੀ ਹੈ, ਫੌਜ ਬਾਅਦ 'ਚ ਆਉਂਦੀ ਹੈ। ਜਿਹੜੇ ਸਿੱਖ ਫੌਜੀ ਭਰਾ ਹੈ ਉਹਨਾਂ ਨੂੰ ਮੈਂ ਪਹਿਲਾਂ ਵੀ ਦੱਸਿਆ ਸੀ, ਇੱਕ ਯੂਐਨ ਦਾ ਲਾ ਹੈ ਜਿਹੜਾ ਕਿ ਲਾ ਇਹ ਕਹਿੰਦਾ ਹੈ ਕਿ ਜੇ ਤੁਹਾਡਾ ਧਰਮ ਇਜਾਜ਼ਤ ਨਹੀਂ ਦਿੰਦਾ, ਜੇ ਤੁਹਾਡਾ ਜ਼ਮੀਰ ਦੀ ਆਵਾਜ਼ ਇਜਾਜ਼ਤ ਨਹੀਂ ਦਿੰਦੀ, ਤੁਸੀਂ ਉਸ ਫੌਜ ਦਾ ਹੁਕਮ ਨਹੀਂ ਮੰਨੋ। ਇਹ ਕਾਨੂੰਨ ਹੈ ਔਰ ਇੰਡੀਆ ਤੁਹਾਨੂੰ ਸਜ਼ਾ ਨਹੀਂ ਦੇ ਸਕੇਗਾ। ਤੁਸੀਂ ਕਸ਼ਮੀਰ ਦੇ ਵਿੱਚ ਕਿਸੇ ਦੀ ਧੀ ਭੈਣ ਨੂੰ ਜਾਂ ਕਿਸੇ ਤੇ ਵੀ ਗੋਲੀ ਨਹੀਂ ਚਲਾਣੀ, ਕਿਸੇ ਨਿਹੱਥੇ ਨੂੰ ਨਹੀਂ ਮਾਰਨਾ, ਕਿਸੇ ਦਾ ਟਾਰਚਰ ਨਹੀਂ ਕਰਨਾ, ਕਿਉਂਕਿ ਤੁਹਾਡਾ ਇਹ ਸਿੱਖ ਕੌਮ, ਚਾਹੇ ਉਹ ਫੌਜੀ ਸੀ, ਤੁਹਾਡਾ ਟਾਰਚਰ ਹੋ ਚੁੱਕਾ ਹੈ। ਇਹ ਉਹੀ ਫੌਜੀ ਹੈ ਜਿਨ੍ਹਾਂ ਨੂੰ 1984 ਦੇ ਵਿੱਚ ਭਾਰਤੀਆਂ ਨੇ 300 ਫੌਜੀਆਂ ਨੂੰ ਫੌਜ ਦੀ ਵਰਦੀ ਦੇ ਵਿੱਚ ਅੱਗ ਲਾ ਕੇ ਮਾਰ ਦਿੱਤਾ ਸੀ। ਇਹਨਾਂ ਨੂੰ ਯਾਦ ਕਰਨਾ ਪੈਣਾ ਕਿ ਇਹ ਸਿੱਖ ਫੌਜੀ ਉਹੀ ਹੈ ਜਿਨ੍ਹਾਂ ਦਾ ਤਖਤ ਜਿਹੜਾ ਇਹਨਾਂ ਦੀ ਫੌਜਾਂ ਨੇ ਟੈਂਕਾਂ ਤੋਪਾਂ ਨਾਲ ਜਿਹੜਾ ਉਹ ਢਾ ਦਿੱਤਾ ਸੀ। ਅੱਜ ਉਹੀ ਫੌਜਾਂ ਜਿਹੜੀਆਂ ਉਹ ਸਾਡੇ ਕਸ਼ਮੀਰੀ ਭੈਣ ਭਰਾਵਾਂ ਤੇ ਚੜ ਕੇ ਗਈਆਂ। ਤੁਸੀਂ ਟਾਰਚਰ ਨਹੀਂ ਕਰਨਾ ਔਰ ਤੁਸੀਂ ਕਿਸੇ ਤੇ ਤਸ਼ੱਦਦ ਨਹੀਂ ਕਰਨਾ, ਕਿਸੇ ਤੇ ਗੋਲੀ ਨਹੀਂ ਮਾਰਨੀ। 15 अगस्त हर साल हमारे सिख बहन भाई और कश्मीरी बहन भाई, दूसरे भी लोग हमारे साथ शामिल होते हैं। जब हिंदुस्तान अपनी इंडिपेंडेंस की सेलिब्रेशन करता है तो हम उसको ब्लैक डे कमेमोरेट करते हैं। तो इस साल जो है वो ब्लैक डे इंटरनेशनली बनेगा, क्योंकि एक तो कश्मीर को एनेक्स किया है जिस तरीके से हिंदुस्तान ने, वहाँ पे जो कर्फ्यू लगा हुआ है, उनके राइट्स जो हैं वो छीन लिए गए हैं, और यूनाइटेड नेशंस के रेजोल्यूशंस के ख़िलाफ़ वर्जी भी है, इंटरनेशनल लॉ के ख़िलाफ़ वर्जी भी है। और फिर जिस तरीके से उन्होंने स्टेट ऑफ इमरजेंसी इम्पोज करके जो लीडर हैं, पॉलिटिकल लीडरशिप, उनको भी हाउस अरेस्ट और दूसरे 500 से ज़्यादा पॉलिटिकल प्रिजनर्स जो हैं वो उठा के उनको जेलों में डाल दिया है। तो ये जो प्रोटेस्ट होगी
ये इंटरनेशनल होगी। इसको पाकिस्तान आज़ाद कश्मीर में सिर्फ ना आप देखें बल्कि पूरी दुनिया में, यूरोप में, अमेरिका में, मिडल ईस्ट में, जहाँ भी हमारे लोग जहाँ पे रहते हैं, मैं सिख बहन भाई कनाडा में भी हैं, हमारे कश्मीरी पाकिस्तानी भी हैं, उन सब से गुजारिश करता हूँ कि दुनिया भर में जहाँ भी हैं वो 15 तारीख अगस्त को इसको ब्लैक डे मनाएं और एक स्ट्रांग पैगाम दें कि हिंदुस्तान की जो हिंदुत्व फैशिस्ट रजीम है, जो आरएसएस की सपोर्टेड फैशिस्ट रजीम है, उसको दुनिया जो है वो किसी इज्जत की निगाह से नहीं देख सकती। हाँ जी बिल्कुल, जो ਅੱਜ ਜੋ ਕਸ਼ਮੀਰੀਆਂ ਦੇ ਨਾਲ ਹੋਇਆ ਹੈ, ਜੋ 370 ਆਰਟੀਕਲ ਨੂੰ ਇਹਨਾਂ ਨੇ ਰਿਵੋਕ ਕੀਤਾ ਹੈ ਔਰ ਯੂਨੀਲੇਟਰਲੀ ਰਿਵੋਕ ਕੀਤਾ ਹੈ, ਇੱਕ ਗੱਲ ਸਾਡੇ ਸਮਝਣ ਵਾਲੀ ਹੈ ਕਿ ਇਹ 70 ਸਾਲ ਪੁਰਾਣਾ ਅਰੇਂਜਮੈਂਟ ਜਿਹੜਾ ਇਹ ਸਿਗਨੀਫੀਕੈਂਟ ਆਟੋਨਮੀ ਜਿਹੜੀ ਥੋੜੀ ਬਹੁਤ ਕਸ਼ਮੀਰ ਨੂੰ ਦਿੰਦਾ ਸੀ, ਜੰਮੂ ਕਸ਼ਮੀਰ ਦੇ ਲੋਕਾਂ ਨੂੰ ਦਿੰਦਾ ਸੀ, ਇਹ ਇੰਡੀਆ ਨੇ ਯੂਨੀਲੇਟਰੀ ਖੋਲੀ। ਇਹਨਾਂ ਕੋਲ ਅਧਿਕਾਰ ਨਹੀਂ ਹੈਗਾ। ਯੂਨਾਈਟਿਡ ਨੇਸ਼ਨ ਨੇ ਪਲੈਬਿਸਾਈਟ ਅਪਰੂਵ ਕੀਤਾ ਹੋਇਆ, ਰੈਫਰੈਂਡਮ ਅਪਰੂਵ ਕੀਤਾ ਹੋਇਆ, ਉਸ ਤੋਂ ਬਾਅਦ ਇਹਨਾਂ ਨੇ ਸ਼ਿਮਲਾ ਸਮਝੌਤਾ ਸਾਈਨ ਕੀਤਾ ਵੀ ਇਹ ਪਾਕਿਸਤਾਨ ਤੇ ਜਿਹੜਾ ਇੰਡੀਆ ਹੈ ਇਹ ਬਾਇਲੇਟਰਲੀ ਇਸ ਮਸਲੇ ਨੂੰ ਹੱਲ ਕਰੇਗਾ। ਅੱਜ ਹਿੰਦੁਸਤਾਨ ਦੇ ਕੋਲ ਕੋਈ ਅਧਿਕਾਰ ਨਹੀਂ, ਇੰਡੀਆ ਕੋਲ ਕੋਈ ਅਧਿਕਾਰ ਨਹੀਂ ਕਿ ਯੂਨੀਲੇਟਰਲੀ ਇਸ ਚੀਜ਼ ਨੂੰ ਕਰਵ ਡਾਊਨ ਕਰ ਸਕੇ। ਦੂਜੀ ਗੱਲ, ਜੋ ਉੱਥੇ ਇਸ ਵੇਲੇ ਸਿਚੁਏਸ਼ਨ ਹੈ, ਆਰਮੀ ਡਿਪਲੋਇਮੈਂਟ, ਜੋ ਹਾਊਸ ਅਰੈਸਟ ਉੱਥੇ ਹੋਏ ਨੇ, ਇਸ ਵੇਲੇ ਉੱਥੇ ਜਿਹੜੀ ਸਿਚੁਏਸ਼ਨ ਹੈ, ਸੋਸ਼ਲ ਮੀਡੀਆ ਤੇ ਸਾਨੂੰ ਸਹੀ ਪਿਕਚਰ ਨਹੀਂ ਮਿਲ ਰਹੀ। ਸੋਸ਼ਲ ਮੀਡੀਆ ਤੇ ਸਾਨੂੰ ਦਿਖਾਇਆ ਜਾ ਰਿਹਾ ਹੈ ਉੱਥੇ ਪ੍ਰੋਟੈਸਟ ਹੋ ਰਹੇ ਨੇ, ਜਦ ਕਿ ਉੱਥੇ ਕਰਫਿਊ ਲੱਗਿਆ ਹੈ, ਮੀਡੀਆ ਬਲੈਕਆਊਟ ਹੈ, ਸ਼ੂਟ ਐਟ ਸਾਈਟ ਦੇ ਆਰਡਰ ਨੇ ਉੱਥੇ ਅੱਜ ਉਹ ਹਾਲਾਤ ਨਹੀਂ। ਅੱਜ ਕਿਤੇ ਵੀ ਕਿਸੇ ਵੀ ਸਮੇਂ ਜੋ ਮੇਰਾ ਇੱਕ ਐਜ਼ ਅ ਸਿੱਖ ਵੀ ਡਰ ਹੈ, ਆਪਣੇ ਕਸ਼ਮੀਰ ਭਰਾਵਾਂ ਲਈ ਡਰ ਹੈ ਕਿ ਉੱਥੇ ਜੋ ਸਾਡੇ ਨਾਲ ਦਿੱਲੀ ਦੇ ਵਿੱਚ ਹੋਇਆ, ਹਿੰਦੁਸਤਾਨ ਦੇ ਵਿੱਚ ਹੋਇਆ 3 ਦਿਨ ਦਾ ਉਹ ਭਿਆਨਕ ਕਤਲੇਆਮ ਜਿਹਦੇ ਵਿੱਚ ਹਜ਼ਾਰਾਂ ਸਿੱਖਾਂ, ਨਿਰਦੋਸ਼ ਬੱਚਿਆਂ ਨੂੰ ਕਤਲ ਕੀਤਾ ਗਿਆ, ਸਿੱਖਾਂ ਨੂੰ ਕਤਲ ਕੀਤਾ ਗਿਆ, ਬੀਬੀਆਂ ਦੀ ਆਬਰੂ ਲੁੱਟੀ ਗਈ, ਅੱਜ ਉਹ ਸਿਚੁਏਸ਼ਨ ਕਸ਼ਮੀਰ ਵਿੱਚ ਉਹ ਬਣਦੀ ਨਜ਼ਰ ਆ ਰਹੀ ਹੈ। ਤੇ ਮੈਂ ਤਾਂ ਆਪਣੇ ਰੱਬ ਨੂੰ ਇਹੀ ਦੁਆ ਕਰਾਂਗਾ ਵੀ ਇਹੋ ਜਿਹਾ ਕੁਝ ਨਾ ਹੋਵੇ ਉੱਥੇ। ਵਰਲਡ ਸਿੱਖ ਪਾਰਲੀਮੈਂਟ ਦਾ ਨੁਮਾਇੰਦਾ ਹੋਣ ਦੇ ਨਾਤੇ ਅਸੀਂ ਆਪਣੇ ਕਸ਼ਮੀਰੀ ਬਹਾਦਰ ਭਰਾਵਾਂ ਦੇ ਨਾਲ, ਬਹਾਦਰ ਭੈਣਾਂ ਦੇ ਨਾਲ, ਉਹਨਾਂ ਮਾਸੂਮ ਬੱਚਿਆਂ ਦੇ ਨਾਲ ਡਟ ਕੇ ਖੜੇ ਆ ਔਰ ਖੜੇ ਰਾਂਗੇ ਉਦੋਂ ਤੱਕ ਜਦ ਤੱਕ ਅਸੀਂ ਆ। ਸੋ ਇਹ ਲੜਾਈ ਕਸ਼ਮੀਰੀਆਂ ਦੀ ਇਕੱਲਿਆਂ ਦੀ ਨਹੀਂ, ਸਾਡੀ ਪੰਜਾਬੀਆਂ ਦੀ, ਕਸ਼ਮੀਰੀਆਂ ਦੀ ਸਾਂਝੀ ਲੜਾਈ ਹੈ। ਔਰ ਹਿੰਦੁਸਤਾਨ ਨੇ ਜਿਹੜਾ ਆਪਣੇ ਆਪ ਨੂੰ ਡੈਮੋਕ੍ਰੈਟਿਕ ਦੇਸ਼ ਅਖਵਾਉਂਦਾ ਹੈ, ਸੈਕੂਲਰ ਦੇਸ਼ ਅਖਵਾਉਂਦਾ ਹੈ, ਅੱਜ ਉਹਦਾ ਨਕਾਬ, ਉਹਦਾ ਮਖੌਟਾ ਉਤਰ ਚੁੱਕਾ ਪੂਰੀ ਤਰ੍ਹਾਂ। ਔਰ ਹੁਣ ਆਜ਼ਾਦੀ ਇੱਕੋ ਇੱਕ ਹੱਲ ਹੈ, ਕਸ਼ਮੀਰੀਆਂ ਲਈ ਵੀ, ਪੰਜਾਬੀਆਂ ਲਈ ਵੀ, ਖਾਲਿਸਤਾਨ ਲਈ ਵੀ। ਔਰ ਜਿਸ ਤਰ੍ਹਾਂ ਤੁਹਾਡੀ ਭਾਸ਼ਾ 'ਚ ਅਸੀਂ ਅਕਸਰ ਕਹਿੰਦੇ ਆ ਵੀ ਇਨਸ਼ਾਅੱਲਾ ਇਹ ਬਣ ਕੇ ਰਹੇਗਾ। ਇਹ ਹੁਣ ਉਹ ਦਿਨ ਦੂਰ ਨਹੀਂ, ਇਹਨਾਂ ਦਾ ਪਾਪ ਦਾ ਘੜਾ ਭਰ ਚੁੱਕਾ ਹੈ। ਖਾਲਿਸਤਾਨ ਔਰ ਕਸ਼ਮੀਰ ਜ਼ਰੂਰ ਗੋਡ ਵਿਲਿੰਗਲੀ ਇੱਕ ਦਿਨ ਬਣੇਗਾ। ਅੱਜ ਜਿਹੜੀ ਆ ਲੰਡਨ ਦੇ ਵਿੱਚ ਇੱਕ ਕਸ਼ਮੀਰ ਦੇ ਮੁੱਦੇ ਦੇ ਉੱਤੇ ਸਿੱਖਸ ਫॉर ਜਸਟਿਸ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ, ਜਿਹਦੇ ਵਿੱਚ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਔਰ ਤਕਰੀਬਨ ਕਾਫੀ ਸਾਰਾ ਕਸ਼ਮੀਰੀਆਂ ਨਾਲ ਪਿਆਰ ਕਰਨ ਵਾਲਾ ਔਰ ਮਨੁੱਖਤਾ ਦਾ ਦਰਦ ਰੱਖਣ ਵਾਲਾ ਸਾਰਾ ਮੀਡੀਆ ਇੱਥੇ ਹਾਜ਼ਰ ਹੋਇਆ। ਸਿੱਖ ਮੀਡੀਆ ਵੀ ਹਾਜ਼ਰ ਹੋਇਆ ਔਰ ਸਿੱਖ ਜਥੇਬੰਦੀਆਂ, ਵਰਲਡ ਸਿੱਖ ਪਾਰਲੀਮੈਂਟ, ਬੱਬਰ ਅਕਾਲੀ ਆਰਗੇਨਾਈਜੇਸ਼ਨ, ਕੇਸਰੀ ਲਹਿਰ ਵਾਰੀਆਂ ਔਰ ਹੋਰ ਵੀ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੇ ਸ਼ਿਰਕਤ ਕੀਤੀ। ਔਰ ਅਸੀਂ ਸਾਰੀ ਸਿੱਖ ਕੌਮ ਕਸ਼ਮੀਰੀ ਭਰਾਵਾਂ ਨਾਲ ਮੋਢਾ ਲਾ ਕੇ ਖੜੇ ਆ। ਕਸ਼ਮੀਰੀ ਵੀਰ, ਭੈਣ, ਭਰਾ, ਬਜ਼ੁਰਗ, ਮਾਤਾਵਾਂ ਕਦੇ ਵੀ ਇਕੱਲਾ ਨਾ ਸਮਝਣ। ਅਸੀਂ ਉਹਨਾਂ ਦੇ ਦਰਦ ਦੇ ਵਿੱਚ ਪੂਰੀ ਤਰ੍ਹਾਂ ਸ਼ਰੀਕ ਆ ਔਰ ਅਸੀਂ ਉਹਨਾਂ ਦਾ ਦਰਦ ਬਾਖੂਬੀ ਜਾਣਦੇ ਆ, ਕਿਉਂਕਿ ਜੋ ਅੱਜ ਉਹਨਾਂ ਦੇ ਉੱਤੇ ਹੋ ਰਿਹਾ ਹੈ ਸਾਡੇ ਉੱਤੇ 1947 ਦੇ ਵਿੱਚ ਹੋਇਆ, 55 ਦੇ ਵਿੱਚ ਹੋਇਆ ਔਰ 84 ਵਿੱਚ ਹੋਇਆ। ਸਾਡੀ ਨਸਲ ਖੁਸ਼ੀ ਕੀਤੀ ਗਈ। ਅਸੀਂ ਉਸ ਕੌਮ ਦੇ ਵਾਰਸ ਹਾਂ ਜਿਸ ਨੇ ਇਹ ਦਰਦ ਆਪਣੇ ਪਿੰਡੇ ਤੇ ਹੰਡਾਇਆ। ਸੋ ਜਿਹੜੇ ਅੱਜ ਭਾਰਤੀ ਹਕੂਮਤ ਕਸ਼ਮੀਰੀਆਂ ਦੇ ਉੱਤੇ ਜ਼ੁਲਮ ਢਾ ਰਹੀ ਆ, ਅੱਜ ਸਮਾਂ ਆ ਸਿਰਫ ਅਸੀਂ ਸਟੇਟਮੈਂਟਸ ਤੱਕ ਸੀਮਿਤ ਨਾ ਰਹੀਏ, ਸਿਰਫ ਇੱਕ ਅਖਬਾਰੀ ਬਿਆਨਾਂ ਤੱਕ ਨਾ ਸੀਮਿਤ ਰਹੀਏ, ਅਸੀਂ ਪ੍ਰੈਕਟੀਕਲੀ ਕੁਝ ਐਕਸ਼ਨ ਲਈਏ। UN ਦੇ ਵਿੱਚ 72 ਸਾਲ ਹੋ ਗਏ ਰੌਲਾ ਪੈਂਦੇ ਨੂੰ, ਕੁਝ ਪਲੇਬਿਸਾਈਟ ਡਿਕਲੇਅਰ ਹੋ ਚੁੱਕਾ, ਰੈਫਰੈਂਡਮ ਡਿਕਲੇਅਰ ਹੋ ਚੁੱਕਾ। ਕਸ਼ਮੀਰੀ ਭੈਣਾਂ ਭਰਾਵਾਂ ਨੂੰ ਚਾਹੀਦਾ ਕਿ ਆਪਣੀ ਆਜ਼ਾਦੀ ਲਈ ਵਾਗਡੋਰ ਆਪਣੇ ਹੱਥ ਵਿੱਚ ਲਓ ਔਰ ਇੰਟਰਨੈਸ਼ਨਲੀ ਇਹਦੇ ਉੱਤੇ ਕੋਈ ਨਾ ਕੋਈ ਸੋਲਿਡ ਸਟੈਪ ਲਓ। ਔਰ ਅੱਜ ਮੈਂ ਸਮਝਦਾ ਆ ਮਹਿਬੂਬਾ ਮੁਫਤੀ ਔਰ ਜਿਹੜੇ ਕਸ਼ਮੀਰ ਦੇ ਅਬਦੁੱਲਾ ਵਰਗੇ ਜਿਹੜੇ ਲੀਡਰ ਨੇ, ਜਿਹੜੇ ਕਹਿੰਦੇ ਸੀ ਕਿ ਅਸੀਂ ਹਿੰਦੁਸਤਾਨ ਨਾਲ ਰਹਿਣਾ, ਅਸੀਂ ਉੱਥੋਂ ਦੇ ਸੰਵਿਧਾਨ ਵਿੱਚ ਜਿਹੜਾ ਵਿਸ਼ਵਾਸ ਰੱਖਦੇ ਆ, ਅੱਜ ਉਹਨਾਂ ਦੀਆਂ ਅੱਖਾਂ ਖੁੱਲ ਗਈਆਂ। ਪਰ ਕਾਸ਼ ਕਿਤੇ ਇਹ ਅੱਖਾਂ ਪਹਿਲਾਂ ਖੁੱਲੀਆਂ ਹੁੰਦੀਆਂ। ਪੰਜਾਬੀ ਲੋਕ ਉਹਨਾਂ ਨਾਲ ਵੀ ਇੱਕ ਦਿਨ ਹਿੰਦੁਸਤਾਨੀਆਂ ਨੇ 47 ਵਿੱਚ ਵੀ ਕੀਤਾ, 55 'ਚ ਕੀਤਾ, ਪਹਿਲਾਂ ਕੀਤਾ। ਕਸ਼ਮੀਰੀ ਜਿਹੜੇ ਲੀਡਰ ਨੇ, ਜਿਹੜੇ ਹਿੰਦੁਸਤਾਨ 'ਚ ਕਦੀ ਵਿਸ਼ਵਾਸ ਰੱਖਦੇ ਸੀ, ਮੈਂ ਸਮਝਦਾ ਅੱਜ ਉਹਨਾਂ ਦੀਆਂ ਅੱਖਾਂ ਚੰਗੀ ਤਰ੍ਹਾਂ ਖੁੱਲ ਗਈਆਂ ਹੋਣੀਆਂ
ਔਰ ਉਹ ਅੱਜ ਤੋਂ ਤਹਈਆ ਕਰ ਲੈਣ ਕਿ ਕਸ਼ਮੀਰ ਦੀ ਆਜ਼ਾਦੀ ਜਿਹੜੀ ਆ ਅਸੀਂ ਉਹ ਲੈਣੀ ਆ। ਜਿੰਨਾ ਚਿਰ ਕਸ਼ਮੀਰ ਆਪ ਆਜ਼ਾਦ ਨਹੀਂ ਹੁੰਦਾ ਇਹਦਾ ਕੋਈ ਹੱਲ ਨਹੀਂ ਹੋਣਾ ਔਰ ਕਸ਼ਮੀਰੀਆਂ ਨੂੰ ਆਪਣੀ ਲੜਾਈ ਆਪਣੇ ਬਲ ਬੂਤੇ ਤੇ ਆਪ ਲੜਨੀ ਪੈਣੀ ਹੈ ਜੀ। कश्मीर जिंदाबाद, खालिस्तान जिंदाबाद, खालिस्तान जिंदाबाद। ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਆ ਉਹ ਜਿਹੜੀ ਕਸ਼ਮੀਰ ਦੇ ਵਿੱਚ 370 ਧਾਰਾ ਖਤਮ ਕੀਤੀ ਗਈ ਆ ਉਹਦੇ ਸਬੰਧ ਦੇ ਵਿੱਚ ਸੀ। ਅਸੀਂ ਸਿੱਖ ਕੌਮ ਵੱਲੋਂ ਉਹਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ। ਅਸੀਂ ਸੋਚਦੇ ਹਾਂ ਕਿ ਕਸ਼ਮੀਰ ਦੇ ਲੋਕਾਂ ਦੇ ਨਾਲ ਇਹ ਬੇਇਨਸਾਫੀ ਹੋਈ ਆ ਤੇ ਇਹ ਉਹਨਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਜੇ ਯੂਐਨਓ ਦੇ ਵਿੱਚ ਇਹ ਕੇਸ ਪੈਂਡਿੰਗ ਆ। ਇਹਦੇ ਨਾਲ ਨਾਲ ਅਸੀਂ ਸੋਚ ਰਹੇ ਹਾਂ ਕਿ ਸਾਰੇ ਜਿਹੜੇ ਸਿੱਖ ਤਾਂ ਕਸ਼ਮੀਰੀ ਆ ਉਹ ਯੂਐਨਓ ਨੂੰ ਅਪਰੋਚ ਕਰਨ ਤਾਂ ਜੋ ਉੱਥੇ ਪੀਸ ਕੀਪਿੰਗ ਫੋਰਸਿਸ ਭੇਜੀਆਂ ਸਕਣ। ਉੱਥੇ ਦੇ ਜਿਹੜੇ ਲੋਕਾਂ ਦੀ ਜਾਨ ਮਾਲ ਦੀ ਰਾਖੀ, ਉੱਥੇ ਦੇ ਧੀਆਂ ਭੈਣਾਂ ਦੀ ਕੋਈ ਇੱਜ਼ਤ ਜਾਂ ਉੱਥੇ ਦੇ ਨੌਜਵਾਨਾਂ ਦੇ ਕੋਈ ਤਸ਼ੱਦਦ ਨਾ ਹੋਵੇ। ਤੇ ਇਹਦੇ ਨਾਲ ਨਾਲ ਖਾਸ ਕਰਕੇ ਅਸੀਂ ਸਿੱਖ ਫੌਜੀਆਂ ਨੂੰ ਅਪੀਲ ਕੀਤੀ ਆ, ਜਿੱਥੇ ਵੀ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਟਰਬਲ ਹੁੰਦੀ ਆ, ਕੋਈ ਪ੍ਰੋਬਲਮ ਹੁੰਦੀ ਆ, ਉੱਥੇ ਸਿੱਖ ਫੌਜੀਆਂ ਨੂੰ ਭੇਜ ਦਿੱਤਾ ਜਾਂਦਾ। ਉੱਥੇ ਦੇ ਜਿਹੜੇ ਲੋਕ ਆ ਉਹਨਾਂ ਦੀ ਨਫ਼ਰਤ ਸਿੱਖਾਂ ਨਾਲ ਵੱਧ ਜਾਂਦੀ ਆ ਫਿਰ ਜੇ ਸਿੱਖ ਤਸ਼ੱਦਦ ਕਰਦੇ। ਸੋ ਉਹਨਾਂ ਨੂੰ ਅਪੀਲ ਕੀਤੀ ਆ, ਰਿਕੁਐਸਟ ਕੀਤੀ ਆ ਉਹ ਆਪਣੀ ਡਿਊਟੀ ਕਰਨ ਦੇ ਸਮੇਂ ਆਪਣੀ ਮਰਜ਼ਾਦਾ ਵਿੱਚ ਰਹਿਣ, ਆਪਣਾ ਲੋਕਾਂ ਦੇ ਉੱਥੇ ਦੇ ਹਿਊਮਨ ਰਾਈਟਸ ਦੇ ਖਿਆਲ ਰੱਖਣ, ਕਿਸੇ ਨੂੰ ਤਕਲੀਫ ਨਾ ਦੇਣ, ਕਿਸੇ ਨੂੰ ਤੰਗ ਨਾ ਕਰਨ। ਸੋ ਇਹਦੇ ਬਾਰੇ ਸੀ। ਇਹਦੇ ਨਾਲ ਨਾਲ ਅਸੀਂ ਜੋ 15 ਅਗਸਤ ਨੂੰ ਇੰਡੀਅਨ ਹਾਈ ਕਮਿਸ਼ਨ ਲੰਡਨ ਮੋਹਰੇ ਰੋਹ ਮੁਜ਼ਾਹਰਾ ਹੋ ਰਿਹਾ ਉਹਦੇ ਵਿੱਚ ਸਿੱਖਾਂ ਤੇ ਕਸ਼ਮੀਰੀਆਂ ਨੂੰ ਵੱਧ ਚੜ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ ਆ ਤਾਂ ਜੋ ਅਸੀਂ ਆਪਣਾ ਦੁੱਖ ਆ ਪ੍ਰਗਟ ਕਰ ਸਕੀਏ। ਇਹਦੇ ਨਾਲ ਨਾਲ ਇੱਥੇ ਦੇ ਜੋ ਪਾਰਲੀਮੈਂਟ ਦੇ ਐਮਪੀਜ਼ ਹਨ ਉਹਨਾਂ ਨੂੰ ਅਸੀਂ ਵੱਧ ਤੋਂ ਵੱਧ ਮਿਲੀਏ, ਚਿੱਠੀ ਪੱਤਰ ਕਰੀਏ ਤਾਂ ਜੋ ਇਹ ਮੁੱਦਾ ਪਾਰਲੀਮੈਂਟ ਦੇ ਵਿੱਚ ਉਠਾਇਆ ਜਾ ਸਕੇ। ਸਾਡੀ ਕੋਸ਼ਿਸ਼ ਹੈ ਕਿ ਸਾਰੀ ਦੁਨੀਆ ਦੇ ਵਿੱਚ ਇਹ ਜਿਹੜਾ ਇੰਡੀਆ ਨੇ ਸਟੈਪ ਲਈ ਆ ਉਹਨੂੰ ਨੰਗਾ ਕੀਤਾ ਜਾਵੇ, ਸਾਰੀ ਦੁਨੀਆ ਦੇ ਵਿੱਚ ਜਾਣਕਾਰੀ ਦਿੱਤੀ ਜਾਵੇ ਕਿ ਸਾਰੀ ਦੁਨੀਆ ਦੇ ਲੋਕਾਂ ਨੂੰ ਪਤਾ ਹੋਵੇ ਇੰਡੀਆ ਮਿਨੋਰਿਟੀ ਨੂੰ ਕਿੱਦਾਂ ਕੁਚਲ ਰਿਹਾ ਤਾਂ ਉਹਨੂੰ ਹਿੰਦੂ ਸਟੇਟ ਬਣਾਉਣ ਜਾ ਰਿਹਾ। ਉਹਦੇ ਲਈ ਜਿਹੜੀਆਂ ਇੰਡੀਆ ਦੇ ਵਿੱਚ ਕਮਿਊਨਿਟੀਆਂ ਆ ਉਹ ਸੇਫ ਨਹੀਂ ਫੀਲ ਕਰਦੀਆਂ, ਸੁਰੱਖਿਅਤ ਨਹੀਂ ਫੀਲ ਕਰਦੀਆਂ, ਦੇ ਫੀਲ ਥ੍ਰੈਟਨ। ਤਾਂ ਇੱਦਾਂ ਲੱਗਦਾ ਜਿੱਦਾਂ ਉਹ ਇੱਕ ਹਿੰਦੂ ਸਟੇਟ ਬਣ ਜਾ ਰਿਹਾ। कई दहाइयों से जुल्म की चक्की में पिस रहे कश्मीरियों को अब सिख बिरादरी का साथ मिल गया है। अब वो दिन दूर नहीं जब कश्मीर आज़ाद होगा। साजिद अजीज, उर्दू पॉइंट, लंदन।